ਹੈਲੋ 10th ਕਲਾਸ ਸਟੂਡੈਂਟਸ, ਕੀ ਹਾਲ ਚਾਲ ਨੇ ਬੱਚਿਓ ਤੁਹਾਡੇ। ਉਮੀਦ ਕਰਦੇ ਹਾਂ ਕਿ ਤੁਹਾਡੀ ਜਿਹੜੀ ਨੈਸ ਦੀ ਜਿਹੜੀ ਪ੍ਰੈਪਰੇਸ਼ਨ ਹੈ ਉਹ ਬਹੁਤ ਹੀ ਵਧੀਆ ਢੰਗ ਦੇ ਨਾਲ ਚੱਲ ਰਹੀ ਹੈ। ਸੋ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਅਸੀਂ ਗੱਲ ਕਰਾਂਗੇ ਨਾਸ ਬੇਸਡ ਕੁਐਸਚਨਸ ਸਬ ਡੋਮੇਨ ਹਾਊ ਥਿੰਗਸ ਵਰਕ। ਸੋ ਜਿਹਦੇ ਵਿੱਚ ਅਸੀਂ ਜਿਹੜਾ 10th ਕਲਾਸ ਦਾ ਚੈਪਟਰ ਨੰਬਰ 13 ਮੈਗਨੈਟਿਕ ਇਫੈਕਟਸ ਆਫ ਇਲੈਕਟ੍ਰਿਕ ਕਰੰਟ, ਸੋ ਉਹਦੇ ਨਾਲ ਰਿਲੇਟਡ ਜਿਹੜੇ ਕੁਐਸਚਨਸ ਹਨ ਇੰਪੋਰਟੈਂਟ ਨਾਸ ਬੇਸਡ MCQs ਉਹਨਾਂ ਬਾਰੇ ਡਿਸਕਸ਼ਨ ਕਰਾਂਗੇ। ਸੋ ਫਸਟ ਕੁਐਸਚਨ ਇਜ਼, ਬਿਜਲੀ ਉਪਕਰਨਾਂ ਨੂੰ ਸ਼ਾਰਟ ਸਰਕਟਿੰਗ ਜਾਂ ਓਵਰਲੋਡਿੰਗ ਤੋਂ ਬਚਾਉਣ ਲਈ ਵਰਤਿਆ ਜਾਣ ਵਾਲਾ ਸਭ ਤੋਂ ਮਹੱਤਵਪੂਰਨ ਸੁਰੱਖਿਆ ਉਪਕਰਨ ਕਿਹੜਾ ਹੈ? The most important safety device method used for protecting electrical appliances from short circuiting or overloading is। ਹੁਣ ਬੇਟਾ ਜੀ ਤੁਸੀਂ ਆਪਣੇ ਘਰਾਂ ਦੇ ਵਿੱਚ ਦੇਖਿਆ ਹੋਣਾ ਕਿ ਅੱਜ ਕੱਲ੍ਹ ਤਾਂ ਰੂਮ ਵਾਈਜ਼ ਜਿਹੜੇ ਆ ਆਪਾਂ ਇੱਕ ਫਿਊਜ਼ ਜਿਹੜਾ ਹੈ ਸੋਚ ਰੱਖਿਆ ਹੁੰਦਾ ਕਿ ਜੇ ਕਿਸੇ ਕਾਰਨ ਜਿਹੜਾ ਹੈ ਕੁਛ ਸ਼ਾਰਟ ਸਰਕਟਿੰਗ ਹੁੰਦੀ ਹੈ ਜਾਂ ਬਾਹਰੋਂ ਬੱਤੀ ਜਦੋਂ ਵੱਧ ਜਾਂਦੀ ਹੈ, ਓਵਰਲੋਡਿੰਗ ਦੇ ਕਾਰਨ ਕੀ ਹੈ ਕਿ ਬਾਕੀ ਸਾਰੇ ਅਪਲਾਇੰਸਿਸ ਜਿਹੜੇ ਆ ਉਹਨਾਂ ਨੂੰ ਸੜਨ ਤੋਂ ਬਚਾਉਣ ਦੇ ਲਈ ਅਸੀਂ ਜਿਹੜੀ ਫਿਊਜ਼ ਦੀ ਜਿਹੜੀ ਵਰਤੋਂ ਕਰਦੇ ਹਾਂ ਕਿ ਉਹ ਸਭ ਤੋਂ ਪਹਿਲੇ ਜਿਹੜਾ ਹੈ ਜਿਹੜੀ ਕਿ ਲਾਈਵ ਦੇ ਨਾਲ ਕਨੈਕਟ ਹੁੰਦਾ ਹੈ, ਲਾਈਵ ਵਾਇਰ ਨਾਲ, ਕਿ ਉਹ ਫਿਊਜ਼ ਜਿਹੜਾ ਉੱਡ ਜਾਏ ਤਾਂ ਜੋ ਬਾਕੀ ਅਪਲਾਇੰਸਿਸ ਤੱਕ ਜਿਹੜਾ ਹੈ ਸ਼ਾਰਟ ਸਰਕਟਿੰਗ ਜਾਂ ਓਵਰਲੋਡਿੰਗ ਕਰਕੇ ਉਹਨਾਂ ਨੂੰ ਕੋਈ ਜਿਹੜਾ ਹੈ ਖਤਰਾ ਨਾ ਹੋ ਸਕੇ। ਸੋ ਜਿਹੜਾ ਆਪਾਂ ਅਪਲਾਇੰਸ ਜਿਹੜਾ ਆਪਾਂ ਸਰਕਟ ਯੂਜ਼ ਕਰਦੇ ਹਾਂ ਦੈਟ ਇਜ਼ ਨੋਨ ਐਜ਼ ਫਿਊਜ਼, ਕਿ ਆਪਾਂ ਓਵਰਲੋਡਿੰਗ ਤੋਂ ਬਾਕੀ ਜਿਹੜੇ ਅਪਲਾਇੰਸਿਸ ਆ ਉਹਨਾਂ ਨੂੰ ਬਚਾ ਸਕੀਏ। ਸੋ ਆਪਸ਼ਨ ਏ ਜਿਹੜੀ ਹੈ ਦੈਟ ਇਜ਼ ਦੀ ਰਾਈਟ ਵਨ। ਸੈਕਿੰਡ ਕੁਐਸਚਨ, ਕਿਹੜੇ ਨਿਯਮਾਂ ਜਿਹੜਾ ਚਿੱਤਰ ਦੇ ਵਿੱਚ ਤੁਸੀਂ ਪਿਕਚਰ ਦੇਖ ਰਹੇ ਹੋ ਅਸੀਂ ਦੱਸਣਾ ਹੈ ਉਹਦੇ ਵਿੱਚ A ਅਤੇ B ਜਿਹੜਾ ਹੈ ਉਹ ਕੀ ਰਿਪਰੈਜ਼ੈਂਟ ਕਰ ਰਿਹਾ ਹੈ। ਹੁਣ ਬੇਟਾ ਜੀ ਦਿਸ ਇਜ਼ ਵੈਰੀ ਇੰਪੋਰਟੈਂਟ ਕੁਐਸਚਨ। ਇਹਦੇ ਵਿੱਚ ਤੁਸੀਂ ਦੇਖੋਗੇ ਕਿ ਰਾਈਟ ਹੈਂਡ ਥੰਬ ਰੂਲ ਜਿਹੜਾ ਹੈ ਉਹ ਪਿਕਚਰ ਦੇ ਵਿੱਚ ਦਰਸਾ ਰਿਹਾ ਹੈ ਐਂਡ ਯੂ ਕੈਨ ਸੀ ਕਿ ਜਿਹੜਾ ਥੰਬ ਹੈ ਉਹ A ਡਾਇਰੈਕਸ਼ਨ ਜਿਹੜੀ ਹੈ ਉਹ ਕੀ ਰਿਪਰੈਜ਼ੈਂਟ ਕਰ ਰਹੀ ਹੈ, ਉਹ ਰਿਪਰੈਜ਼ੈਂਟ ਕਰ ਰਹੀ ਹੈ ਕਿ ਕਰੰਟ ਜਿਹੜਾ ਹੈ ਉਹ ਥੰਬ ਵਾਲੀ ਡਾਇਰੈਕਸ਼ਨ ਨੂੰ ਮੂਵ ਕਰ ਰਿਹਾ ਹੈ ਐਂਡ ਜਿਹੜੀਆਂ ਉਂਗਲੀਆਂ ਹਨ ਉਹ ਕਰਵਡ ਹਨ ਅਤੇ ਉਹ ਕੀ ਰਿਪਰੈਜ਼ੈਂਟ ਕਰ ਰਹੀਆਂ ਹਨ, ਉਹ ਰਿਪਰੈਜ਼ੈਂਟ ਕਰ ਰਹੀਆਂ ਹਨ ਕਿ ਮੈਗਨੈਟਿਕ ਫੀਲਡ ਲਾਈਨਸ ਜਿਹੜੀਆਂ ਹਨ ਜਦੋਂ ਕਿਸੇ ਵਾਇਰ ਦੇ ਵਿੱਚੋਂ ਕਰੰਟ ਮੂਵ ਕਰਦਾ ਹੈ ਅਤੇ ਉਹ ਮੈਗਨੈਟਿਕ ਫੀਲਡ ਲਾਈਨਸ ਜਿਹੜੀਆਂ ਹਨ ਉਹ ਜਨਰੇਟ ਹੁੰਦੀਆਂ ਹਨ ਅਤੇ ਉਹਨਾਂ ਦੀ ਜਿਹੜੀ ਡਾਇਰੈਕਸ਼ਨ ਹੈ ਦੈਟ ਇਜ਼ ਸਮਥਿੰਗ ਲਾਈਕ ਦਿਸ। ਸੋ ਇਹਦਾ ਰਾਈਟ ਆਨਸਰ ਕੀ ਹੈ? ਰਾਈਟ ਹੈਂਡ ਥੰਬ ਰੂਲ ਐਂਡ A ਜਿਹੜਾ ਹੈ ਉਹ ਕਰੰਟ ਰਿਪਰੈਜ਼ੈਂਟ ਕਰ ਰਿਹਾ ਹੈ ਅਤੇ B ਜਿਹੜਾ ਹੈ ਉਹ ਮੈਗਨੈਟਿਕ ਫੀਲਡ ਲਾਈਨਸ ਜਿਹੜੀਆਂ ਹਨ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਸੋ ਥਰਡ ਆਪਸ਼ਨ ਜਿਹੜੀ ਹੈ ਦੈਟ ਇਜ਼ ਦੀ ਰਾਈਟ ਵਨ। ਥਰਡ ਕੁਐਸਚਨ, ਸਿੱਖਣ ਦੇ ਨਤੀਜਿਆਂ ਦੀ ਜਾਂਚ ਕਰਨ ਲਈ ਇੱਕ ਵਿਗਿਆਨ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਪੁੱਛਦਾ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਚੁੰਬਕੀ ਰੇਖਾਵਾਂ ਦਾ ਗੁਣ ਨਹੀਂ ਹੈ। ਸੋ ਟੂ ਚੈੱਕ ਦੀ ਲਰਨਿੰਗ ਆਊਟਕਮ a science teacher asked his student which of the following is not a property of magnetic lines of force। ਸੋ ਕਿ ਇਹਨਾਂ ਦੇ ਵਿੱਚੋਂ ਅਸੀਂ ਦੱਸਣਾ ਹੈ ਕਿ ਕਿਹੜੀ ਜਿਹੜੀ ਮੈਗਨੈਟਿਕ ਲਾਈਨਸ ਆਫ ਫੋਰਸ ਦੀ ਜਿਹੜੀ ਪ੍ਰੋਪਰਟੀ ਨਹੀਂ ਹੈ। ਡਾਇਰੈਕਸ਼ਨਸ ਫਰੋਮ ਨਾਰਥ ਪੋਲ ਟੂ ਸਾਊਥ ਪੋਲ ਇਨ ਦੀ ਮੈਗਨੈਟਿਕ ਫੀਲਡ, ਕਿ ਜਿਹੜੀ ਅਸੀਂ ਚੁੰਬਕ ਦੇ ਵਿੱਚ ਅਸੀਂ ਪ੍ਰੋਪਰਟੀਆਂ ਉਹਦੀਆਂ ਡਿਸਕਸ ਕੀਤੀਆਂ ਹਨ। ਸੋ ਫਾਰ ਐਗਜ਼ਾਮਪਲ ਸਾਡੇ ਕੋਲ ਇੱਕ ਚੁੰਬਕ ਹੈ, ਦਿਸ ਇਜ਼ ਨਾਰਥ ਐਂਡ ਦਿਸ ਇਜ਼ ਸਾਊਥ ਐਂਡ ਜਿਹੜੀ ਮੈਗਨੈਟਿਕ ਲਾਈਨਸ ਜਿਹੜੀਆਂ ਹਨ ਉਹ ਹਮੇਸ਼ਾ ਨਾਰਥ ਪੋਲ ਤੋਂ ਸਾਊਥ ਪੋਲ ਵੱਲ ਨੂੰ ਜਿਹੜੀਆਂ ਹਨ ਉਹਨਾਂ ਦੀ ਡਾਇਰੈਕਸ਼ਨ ਹੁੰਦੀ ਹੈ, ਠੀਕ ਹੈ ਨਾ। ਸੋ ਤੁਸੀਂ ਸਾਰਿਆਂ ਨੇ ਪੜ੍ਹਿਆ ਹੋਣਾ ਕਿ ਜਿਹੜੀਆਂ ਨਾਰਥ ਪੋਲ ਤੋਂ ਸਾਊਥ ਪੋਲ ਵੱਲ ਨੂੰ ਜਿਹੜੀਆਂ ਉਹ ਡਾਇਰੈਕਸ਼ਨਸ ਮੂਵ ਕਰਦੀਆਂ ਹਨ। ਸੈਕਿੰਡ ਆਪਸ਼ਨ ਜਿਹੜੀ ਹੈ ਉਹ ਕੀ ਹੈ? ਡਾਇਰੈਕਸ਼ਨਸ ਫਰੋਮ ਸਾਊਥ ਪੋਲ ਟੂ ਨਾਰਥ ਪੋਲ ਇਨਸਾਈਡ ਦੀ ਮੈਗਨੇਟ ਦੇ ਜਿਹੜੀ ਅੰਦਰ ਹੈ ਉਹ ਡਾਇਰੈਕਸ਼ਨ ਜਿਹੜੀ ਹੈ ਉਹ ਜੇ ਬਾਹਰੋਂ ਨਾਰਥ ਪੋਲ ਟੂ ਸਾਊਥ ਪੋਲ ਹੈ ਅਤੇ ਅੰਦਰ ਜਿਹੜੀ ਹੈ ਉਹ ਸਾਊਥ ਪੋਲ ਤੋਂ ਨਾਰਥ ਪੋਲ ਹੁੰਦੀ ਹੈ। ਸੋ ਇਹ ਵੀ ਬਿਲਕੁਲ ਸਹੀ ਆਪਸ਼ਨ ਹੈ। ਕਲੋਜ਼ਡ ਲਾਈਨ ਹੁੰਦੀਆਂ ਹਨ, ਦੇ ਨੈਵਰ ਇੰਟਰਸੈਕਟ, ਕਿ ਜਿੰਨੀਆਂ ਵੀ ਮੈਗਨੈਟਿਕ ਲਾਈਨਸ ਹਨ ਉਹ ਇੱਕ ਦੂਸਰੇ ਨੂੰ ਇੰਟਰਸੈਕਟ ਨਹੀਂ ਕਰਦੀਆਂ। ਸੋ ਦਿਸ ਇਜ਼ ਆਲਸੋ ਰਾਈਟ। ਫੋਰਥ ਆਪਸ਼ਨ, ਸਟਰੇਟ the strength of field is less where the lines of fields are crowded। ਸੋ ਇਹ ਗਲਤ ਹੈ ਕਿ ਜਿੱਥੇ ਮੈਗਨੈਟਿਕ ਲਾਈਨਸ ਆਫ ਫੋਰਸ ਜਿਹੜੀਆਂ ਹਨ ਜੇ ਉਹ ਮੈਗਨੈਟਿਕ ਲਾਈਨਸ ਜ਼ਿਆਦਾ ਹਨ
ਉੱਥੇ ਜਿਹੜੀ ਮੈਗਨੈਟਿਕ ਜਿਹੜੀ ਫੀਲਡ ਦੀ ਸਟਰੈਂਥ ਹੈ ਉਹ ਵੀ ਜ਼ਿਆਦਾ ਹੋਏਗੀ। ਜਿੱਥੇ ਲਾਈਨਸ ਘੱਟ ਹਨ ਉੱਥੇ ਸਟਰੈਂਥ ਜਿਹੜੀ ਹੈ ਉਹ ਘੱਟ ਹੋਏਗੀ। ਸੋ ਇਹਨਾਂ ਦੇ ਵਿੱਚੋਂ ਜਿਹੜੀ ਮੈਗਨੈਟਿਕ ਲਾਈਨਸ ਆਫ ਫੋਰਸ ਦੀ ਪ੍ਰੋਪਰਟੀ ਨਹੀਂ ਹੈ, ਦੈਟ ਇਜ਼ ਆਪਸ਼ਨ ਨੰਬਰ 4, ਕਿ ਉਹਨਾਂ ਦੀ ਜਿਹੜੀ ਸਟਰੈਂਥ ਹੈ ਉਹ ਘੱਟ ਹੁੰਦੀ ਹੈ ਜਿੱਥੇ ਲਾਈਨਸ ਕਰਾਊਡਡ ਹਨ। ਦਿਸ ਇਜ਼ ਦੀ ਰੋਂਗ ਸਟੇਟਮੈਂਟ। ਸੋ 4th ਆਪਸ਼ਨ ਇਜ਼ ਦੀ ਰਾਈਟ ਆਨਸਰ ਆਫ ਦਿਸ ਕੁਐਸਚਨ। 4th ਕੁਐਸਚਨ, ਇੱਕ ਇਲੈਕਟ੍ਰੋਨ ਗਤੀ v ਦੇ ਨਾਲ +x ਧੁਰੇ ਦੀ ਦਿਸ਼ਾ ਦੇ ਨਾਲ ਚੱਲਦਾ ਹੈ ਅਤੇ ਜੇ ਇੱਕ ਚੁੰਬਕੀ ਖੇਤਰ b +y ਦਿਸ਼ਾ ਦੇ ਨਾਲ ਕੰਮ ਕਰਦਾ ਹੈ ਅਤੇ ਇਲੈਕਟ੍ਰੋਨ 'ਤੇ ਜਿਹੜੀ ਬਲ ਹੈ ਉਹਦੀ ਦਿਸ਼ਾ ਆਪਾਂ ਦੱਸਣੀ ਹੈ। ਐਨ ਇਲੈਕਟ੍ਰੋਨ ਮੂਵਜ਼ ਵਿਦ ਦ ਸਪੀਡ v ਅਲੋਂਗ ਪੋਜ਼ੀਟਿਵ ਡਾਇਰੈਕਸ਼ਨ ਆਫ x ਐਕਸਿਸ। ਮੈਗਨੈਟਿਕ ਫੀਲਡ ਜਿਹੜੀ ਹੈ ਉਹਦੀ ਡਾਇਰੈਕਸ਼ਨ ਕੀ ਹੈ, ਪੋਜ਼ੀਟਿਵ y ਹੈ। ਐਂਡ ਅਸੀਂ ਜਿਹੜੀ ਮੈਗਨੈਟਿਕ ਫੋਰਸ ਦੀ ਹੈ ਉਹਦੀ ਡਾਇਰੈਕਸ਼ਨ ਆਪਾਂ ਦੱਸਣੀ ਹੈ। ਹੁਣ ਉਹਨਾਂ ਦੇ ਵਿੱਚ ਇਹਨਾਂ ਨੇ ਕੀ ਕਿਹਾ ਹੈ ਕਿ ਇਲੈਕਟ੍ਰੋਨ ਜਿਹੜਾ ਹੈ ਇਟ ਇਜ਼ ਮੂਵਿੰਗ ਅਲੋਂਗ ਪੋਜ਼ੀਟਿਵ x ਐਕਸਿਸ। ਹੁਣ ਸਾਨੂੰ ਪਤਾ ਹੈ ਕਿ ਜਿਹੜਾ ਕਨਵੈਂਸ਼ਨਲ ਕਰੰਟ ਹੈ ਉਹ ਇਲੈਕਟ੍ਰੋਨ ਤੋਂ ਓਪੋਜ਼ਿਟ ਦਿਸ਼ਾ ਦੇ ਵੱਲ ਮੂਵ ਕਰਦਾ ਹੈ। ਜੇ ਇਲੈਕਟ੍ਰੋਨ +x ਵੱਲ ਨੂੰ ਮੂਵ ਕਰ ਰਿਹਾ ਹੈ, ਇਹਦਾ ਜਿਹੜਾ ਕਰੰਟ ਹੈ, ਕਰੰਟ ਦੀ ਡਾਇਰੈਕਸ਼ਨ ਹੋਏਗੀ -x ਐਕਸਿਸ, ਅਤੇ ਇਹਦੇ ਵਿੱਚ ਮੈਗਨੈਟਿਕ ਫੀਲਡ ਦੀ ਜਿਹੜੀ ਡਾਇਰੈਕਸ਼ਨ ਹੈ ਦੈਟ ਇਜ਼ +y ਐਕਸਿਸ। ਐਂਡ ਜੇ ਤੁਸੀਂ ਫਲੈਮਿੰਗ ਦਾ ਜਿਹੜਾ ਲੈਫਟ ਹੈਂਡ ਰੂਲ ਸਟੱਡੀ ਕੀਤਾ ਹੋਏਗਾ ਔਰ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੀ z ਐਕਸਿਸ ਦੀ ਡਾਇਰੈਕਸ਼ਨ ਹੈ ਉਹ ਕਿੱਧਰ ਨੂੰ ਹੋਏਗੀ, ਦੈਟ ਇਜ਼ ਅਲੋਂਗ ਦੀ ਮਾਈਨਸ ਆਫ z ਐਕਸਿਸ। ਸੋ ਇਹਦਾ ਜਿਹੜਾ ਰਾਈਟ ਆਨਸਰ ਆਏਗਾ ਆਪਸ਼ਨ C ਜਿਹੜਾ ਆਏਗਾ ਕਿ ਜਿਹੜੀ ਫੋਰਸ ਦੀ ਡਾਇਰੈਕਸ਼ਨ ਕਿੱਧਰ ਨੂੰ ਲੱਗੇਗੀ, ਦੈਟ ਇਜ਼ ਅਲੋਂਗ ਮਾਈਨਸ ਆਫ z ਐਕਸਿਸ, ਔਰ ਤਿੰਨੇ ਜਿਹੜੇ ਆਪਸ ਦੇ ਵਿੱਚ ਉਹ ਪਰਪੈਂਡੀਕੂਲਰ ਲੱਗਣਗੀਆਂ। ਸੋ ਦੈਟ ਇਜ਼ ਅਕੋਰਡਿੰਗ ਟੂ ਫਲੈਮਿੰਗ ਲੈਫਟ ਹੈਂਡ ਰੂਲ। ਸੋ C ਆਪਸ਼ਨ ਜਿਹੜੀ ਹੈ ਦੈਟ ਇਜ਼ ਦੀ ਰਾਈਟ ਵਨ। 5th ਕੁਐਸਚਨ, ਇਨ ਡੋਮੈਸਟਿਕ ਇਲੈਕਟ੍ਰਿਕ ਸਰਕਟਸ ਫਿਊਜ਼ ਮਸਟ ਬੀ ਪਲੇਸਡ ਇਨ ਸੀਰੀਜ਼। ਅਸੀਂ ਜਿਹੜਾ ਫਿਊਜ਼ ਹੈ ਉਹ ਹਮੇਸ਼ਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਉਹਨੂੰ ਹਮੇਸ਼ਾ ਲਾਈਵ ਵਾਇਰ ਦੇ ਨਾਲ ਕਨੈਕਟ ਕਰਦੇ ਹਾਂ, ਤਾਂ ਜੋ ਜਿਹੜਾ ਲਾਈਵ ਵਾਇਰ ਦੇ ਵਿੱਚੋਂ ਕਰੰਟ ਦੀ ਜਿਹੜੀ ਸਪਲਾਈ ਹੈ ਜੇ ਓਵਰਲੋਡਿੰਗ ਹੋ ਰਹੀ ਹੈ ਜਾਂ ਸ਼ਾਰਟ ਸਰਕਟਿੰਗ ਹੋ ਰਹੀ ਹੈ ਤਾਂ ਸਭ ਤੋਂ ਪਹਿਲੇ ਉਹ ਫਿਊਜ਼ ਦੇ ਉੱਤੇ ਜਿਹੜਾ ਹੈ ਉਹ ਉੱਡ ਜਾਏ ਅਤੇ ਬਾਕੀ ਸਰਕਟ ਜਿਹੜੇ ਹਨ ਜਾਂ ਬਾਕੀ ਅਪਲਾਇੰਸਿਸ ਜਿਹੜੇ ਸਾਡੇ ਉਹ ਸੜਨ ਤੋਂ ਬਚ ਜਾਣ। ਸੋ ਜਿਹੜਾ ਫਿਊਜ਼ ਹੈ ਉਹਨੂੰ ਹਮੇਸ਼ਾ ਅਸੀਂ ਲਾਈਵ ਵਾਇਰ ਦੇ ਨਾਲ ਸੀਰੀਜ਼ ਦੇ ਵਿੱਚ ਕਨੈਕਟ ਕਰਕੇ ਰੱਖਦੇ ਹਾਂ। ਸੋ 3rd ਆਪਸ਼ਨ ਜਿਹੜੀ ਹੈ ਦੈਟ ਇਜ਼ ਦੀ ਰਾਈਟ ਵਨ। 6th ਕੁਐਸਚਨ, ਸਰਕਟ ਦੇ ਵਿੱਚ ਸਾਨੂੰ ਇੱਕ ਡਾਇਗਰਾਮ ਦਿਖਾਈ ਗਈ ਹੈ ਐਂਡ ਅਸੀਂ ਇਹਦੇ ਵਿੱਚ ਦੱਸਣਾ ਹੈ ਕਿ ਇਹ ਕੀ ਰਿਪਰੈਜ਼ੈਂਟ ਕਰ ਰਿਹਾ ਹੈ ਇੰਸਟਰੂਮੈਂਟ। ਹੁਣ ਬੇਟਾ ਜੀ ਤੁਸੀਂ ਦੇਖਿਆ ਹੋਣਾ ਕਿ ਇੱਕ ਤਾਰ ਹੈ ਜਿਹਦੇ ਵਿੱਚ ਜਿਹੜਾ ਹੈ ਕਰੰਟ ਮੂਵ ਕਰ ਰਿਹਾ ਹੈ ਫਰੋਮ ਪੋਜ਼ੀਟਿਵ ਟੂ ਨੈਗੇਟਿਵ ਡਾਇਰੈਕਸ਼ਨ ਵੱਲ, ਐਂਡ ਇੱਕ ਉਹਦੇ ਉੱਤੇ ਆਪਾਂ ਕੁਆਇਲ ਜਿਹੜੀ ਹੈ ਇੱਕ ਵਿੱਚੋਂ ਉਹਦੇ 'ਚੋਂ ਕਰੰਟ ਮੂਵ ਕਰਾ ਰਹੇ ਹਾਂ। ਹੁਣ ਇਹਦੇ ਵਿੱਚ ਸਾਨੂੰ ਪਤਾ ਹੈ ਕਿ ਜਦੋਂ ਵੀ ਆਪਾਂ ਕਿਸੇ ਵੀ ਕੁਆਇਲ ਦੇ ਵਿੱਚੋਂ ਜਿਹੜਾ ਹੈ ਕਰੰਟ ਜਨਰੇਟ ਕਰਦੇ ਹਾਂ ਐਂਡ ਡਿਊ ਟੂ ਦੀ ਇਲੈਕਟ੍ਰਿਕ ਕਰੰਟ, ਸੋ ਉਹਦੇ ਵਿੱਚ ਜਿਹੜੀ ਮੈਗਨੈਟਿਕ ਫੀਲਡ ਜਿਹੜੀ ਹੈ, ਮੈਗਨੈਟਿਕ ਲਾਈਨਸ ਆਫ ਫੀਲਡ ਜਿਹੜੀਆਂ ਹਨ ਉਹ ਜਨਰੇਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੁਣ ਕਰੰਟ ਜਿਹੜਾ ਹੈ ਉਹ ਪਲੱਸ ਤੋਂ ਮਾਈਨਸ ਵੱਲ ਮੂਵ ਕਰ ਰਿਹਾ ਹੈ। ਸੋ ਇਸ ਪੁਆਇੰਟ ਦੇ ਉੱਤੇ ਜਿਹੜੀ ਕਰੰਟ ਦੀ ਡਾਇਰੈਕਸ਼ਨ ਹੈ ਦੈਟ ਇਜ਼ ਕਲੌਕਵਾਈਜ਼ ਡਾਇਰੈਕਸ਼ਨ। ਸੋ ਜੇ ਐਸ ਨੂੰ ਤੁਸੀਂ ਧਿਆਨ ਦੇ ਨਾਲ ਪੜ੍ਹੋ, ਸੋ ਐਸ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਇੱਕ ਕਲੌਕਵਾਈਜ਼ ਡਾਇਰੈਕਸ਼ਨ ਹੈ ਐਂਡ ਨਾਰਥ ਪੋਲ ਜਿਹੜਾ ਬਣ ਰਿਹਾ ਹੈ ਦੈਟ ਇਜ਼ ਅਲੋਂਗ ਦੀ ਐਂਟੀ ਕਲੌਕਵਾਈਜ਼ ਡਾਇਰੈਕਸ਼ਨ। ਸੋ ਇੱਧਰ ਜਿਹੜੀ ਹੈ ਦੈਟ ਇਜ਼ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਨਾਲ ਕਰੰਟ ਮੂਵ ਕਰ ਰਿਹਾ ਹੈ, ਇੱਧਰ ਕਲੌਕਵਾਈਜ਼ ਡਾਇਰੈਕਸ਼ਨ ਨਾਲ ਕਰੰਟ ਮੂਵ ਕਰ ਰਿਹਾ ਹੈ, ਜਿਹਦੇ ਕਰਕੇ ਜਿਹੜਾ ਸਾਡਾ ਇਹ ਇੰਸਟਰੂਮੈਂਟ ਹੈ ਇਹ ਇੱਕ ਤਰ੍ਹਾਂ ਨਾਲ ਇਲੈਕਟ੍ਰੋਮੈਗਨੇਟ ਜਾਂ ਮੈਗਨੇਟ ਦਾ ਕੰਮ ਕਰਦਾ ਹੈ ਕਿ ਡਿਊ ਟੂ ਦੀ ਮੂਵਮੈਂਟ ਆਫ ਕਰੰਟ ਜਿਹੜਾ ਇਹ ਸਾਡਾ ਕੁਆਇਲ ਹੈ ਉਹ ਇੱਕ ਮੈਗਨੇਟ ਦੀ ਤਰ੍ਹਾਂ ਬਿਹੇਵ ਕਰੇਗਾ। ਸੋ ਆਪਸ਼ਨ A ਜਿਹੜੀ ਹੈ ਦੈਟ ਇਜ਼ ਦੀ ਰਾਈਟ ਆਨਸਰ ਆਫ ਦਿਸ ਕੁਐਸਚਨ। 7th question, if the key in the arrangement in the given figure is taken out, ਜੇ ਆ ਜਿਹੜੀ ਕੀ ਸਾਨੂੰ ਦੱਸੀ ਹੋਈ ਹੈ ਜੇ ਆਪਾਂ ਇਹ ਕੀ ਨੂੰ ਬਾਹਰ ਕੱਢ ਦਈਏ ਅਤੇ ਸਰਕਟ ਜਿਹੜਾ ਹੈ ਉਹ ਓਪਨ ਹੋ ਜਾਏਗਾ। ਇਹਦਾ ਮਤਲਬ ਕਿ ਉਹਦੇ ਵਿੱਚੋਂ ਜਿਹੜਾ ਕਰੰਟ ਹੈ ਉਹ ਨਹੀਂ ਫਲੋ ਕਰੇਗਾ। ਐਂਡ ਮੈਗਨੈਟਿਕ ਫੀਲਡ ਲਾਈਨਸ ਆਰ ਡਰਾਨ ਅਲੋਂਗ ਦੀ ਹੋਰੀਜ਼ੋਨਟਲ ਪਲੇਨ ABCD, ਐਂਡ ਉਹਦੇ ਵਿੱਚ ਅਸੀਂ ਮੈਗਨੈਟਿਕ ਫੀਲਡ ਲਾਈਨਸ ਦੀਆਂ ਜਿਹੜੀਆਂ ਡਾਇਰੈਕਸ਼ਨਸ ਦੱਸਣੀਆਂ ਹਨ ਉਹ ਕਿਸ ਤਰ੍ਹਾਂ ਦੀਆਂ ਹੋਣਗੀਆਂ। ਸੋ ਦੇ ਆਰ ਕੰਸੈਂਟਰਿਕ ਸਰਕਲਸ
elliptical ਹੋਣਗੀਆਂ, straight lines ਹੋਣਗੀਆਂ parallel to each other due to the earth's magnetic field, ਜਾਂ concentric circle near the point O but on elliptical shape as we go away from it। ਹੁਣ ਬੇਟਾ ਜੀ ਇਹਦੇ ਵਿੱਚ ਕਿਉਂਕਿ ਕੀ ਜਿਹੜੀ ਓਪਨ ਹੈ ਸੋ ਕੋਈ ਵੀ ਜਿਹੜਾ ਕਰੰਟ ਫਲੋ ਨਹੀਂ ਕਰ ਰਿਹਾ, ਸੋ ਜਿਹੜੀਆਂ ਮੈਗਨੈਟਿਕ ਲਾਈਨਸ ਹੋਣਗੀਆਂ ਦੇ ਆਰ ਸਟਰੇਟ, ਜਿਹੜੀਆਂ ਕਿ ਅਰਥ ਦੀ ਮੈਗਨੈਟਿਕ ਫੀਲਡ ਦੇ ਨਾਲ ਮੇਲ ਖਾਂਦੀਆਂ ਹੋਣਗੀਆਂ। ਸੋ ਆਪਸ਼ਨ ਸੀ ਜਿਹੜੀ ਹੈ ਦੈਟ ਇਜ਼ ਦੀ ਰਾਈਟ ਆਨਸਰ ਆਫ ਦਿਸ ਕੁਐਸਚਨ। 8th question, which of the following metal is not attracted by magnet? ਕੋਬਾਲਟ, ਨਿਕਲ, ਸਟੀਲ ਕਿ ਸਿਲਵਰ। ਹੁਣ ਇਹਨਾਂ ਦੇ ਵਿੱਚੋਂ ਜਿਹੜੇ ਬਾਕੀ ਸਾਰੇ ਹਨ ਉਹ ਚੁੰਬਕ ਵੱਲ ਖਿੱਚੇ ਜਾਂਦੇ ਹਨ। ਇਹਨਾਂ ਦੇ ਵਿੱਚੋਂ ਜਿਹੜੀ ਚਾਂਦੀ ਹੈ, ਸਿਲਵਰ ਜਿਹੜਾ ਹੈ, ਇਟ ਇਜ਼ ਨਾਟ ਅਟਰੈਕਟਡ ਬਾਈ ਮੈਗਨੈਟ, ਉਹਦੇ ਉੱਤੇ ਚੁੰਬਕ ਦਾ ਜਿਹੜਾ ਕੋਈ ਵੀ ਪ੍ਰਭਾਵ ਜਿਹੜਾ ਹੈ ਉਹ ਨਹੀਂ ਪੈਂਦਾ। ਸੋ ਸਿਲਵਰ ਜਿਹੜਾ ਹੈ ਦੈਟ ਇਜ਼ ਦੀ ਰਾਈਟ ਆਨਸਰ। 9th question, ਤਾਂਬੇ ਦੀਆਂ ਤਾਰਾਂ ਦੀ ਇੱਕ ਆਇਤਾਕਾਰ ਇੱਕ ਚੁੰਬਕੀ ਖੇਤਰ ਵਿੱਚੋਂ ਘੁੰਮਦੀ ਹੈ। ਪ੍ਰੇਰਿਤ ਕਰੰਟ ਦੀ ਦਿਸ਼ਾ ਹਰੇਕ ਵਾਰ ਤਾਰ ਦੇ ਡੈਸ਼ ਘੁੰਮਣ 'ਤੇ ਬਦਲਦੀ ਹੈ। A rectangular coil of copper wire is rotated in a magnetic field. The direction of induced current changes once in each dash revolution। ਹੁਣ ਜਿਹੜੀ ਕੋਇਲ ਹੈ ਕਾਪਰ ਵਾਇਰ ਦੀ ਜਿਹੜੀ ਬਣੀ ਹੋਈ ਹੈ ਉਹਨੂੰ ਆਪਾਂ ਮੈਗਨੈਟਿਕ ਫੀਲਡ ਦੇ ਵਿੱਚੋਂ ਵਾਰ-ਵਾਰ ਜਿਹੜਾ ਘੁਮਾ ਰਹੇ ਹਾਂ। ਐਂਡ ਸਾਨੂੰ ਪਤਾ ਹੈ ਕਿ ਜਦੋਂ ਵੀ ਆਪਾਂ ਕੋਇਲ ਨੂੰ ਮੈਗਨੈਟਿਕ ਫੀਲਡ ਦੇ ਵਿੱਚੋਂ ਘੁਮਾਉਂਦੇ ਹਾਂ ਅਤੇ ਉਹਦੇ ਵਿੱਚ ਜਿਹੜਾ ਹੈ ਕਰੰਟ ਜਿਹੜਾ ਹੈ ਉਹ ਇੰਡਿਊਸ ਹੋ ਜਾਂਦਾ ਹੈ। ਐਂਡ ਉਹ ਜਿਹੜਾ ਕਰੰਟ ਇੰਡਿਊਸ ਹੁੰਦਾ ਹੈ ਜਦੋਂ ਆਪਾਂ ਕੋਇਲ ਨੂੰ ਅੰਦਰ ਕਰਦੇ ਹਾਂ ਉਹ ਇੱਕ ਡਾਇਰੈਕਸ਼ਨ ਵੱਲ ਨੂੰ ਮੂਵ ਕਰਦਾ ਹੈ, ਜਦੋਂ ਕੋਇਲ ਨੂੰ ਬਾਹਰ ਕੱਢਦੇ ਹਾਂ ਅਤੇ ਉਹ ਆਪੋਜ਼ਿਟ ਡਾਇਰੈਕਸ਼ਨ ਵੱਲ ਨੂੰ ਮੂਵ ਕਰਦਾ ਹੈ। ਸੋ ਇਹਦੇ ਵਿੱਚ ਜਿਹੜਾ ਕਰੰਟ ਹੈ ਦੈਟ ਇਜ਼ ਸਮਥਿੰਗ ਲਾਈਕ ਐਨ ਅਲਟਰਨੇਟਿੰਗ ਕਰੰਟ। ਐਂਡ ਹਾਫ ਸਾਈਕਲ ਤੋਂ ਬਾਅਦ ਜਿਹੜਾ ਹੈ ਉਹਦੀ ਜਿਹੜੀ ਪੋਲੈਰਿਟੀ ਹੈ, ਉਹਦੀ ਡਾਇਰੈਕਸ਼ਨ ਜਿਹੜੀ ਹੈ ਉਹ ਚੇਂਜ ਹੋ ਜਾਂਦੀ ਹੈ। ਸੋ ਹਰ ਅੱਧੀ ਰੈਵੋਲੂਸ਼ਨ ਤੋਂ ਬਾਅਦ ਜਿਹੜੀ ਕਰੰਟ ਦੀ ਡਾਇਰੈਕਸ਼ਨ ਜਿਹੜੀ ਹੈ, ਜਿਹੜਾ ਉਹ 'ਚ ਜਨਰੇਟ ਹੋ ਰਿਹਾ ਹੈ ਉਹ ਚੇਂਜ ਹੋ ਜਾਏਗੀ। ਸੋ ਇਹਦੇ ਵਿੱਚ ਜਿਹੜਾ ਹੈ ਰਾਈਟ ਆਨਸਰ ਹੈ ਹਾਫ ਰੈਵੋਲੂਸ਼ਨ, ਆਪਸ਼ਨ ਸੀ ਜਿਹੜੀ ਹੈ ਦੈਟ ਇਜ਼ ਦੀ ਰਾਈਟ ਆਨਸਰ। 10th question, ਸਿੱਧੇ ਕਰੰਟ ਦੀ ਆਵਿਰਤੀ ਹੈ ਦੀ ਫਰੀਕੁਐਂਸੀ ਆਫ ਡਾਇਰੈਕਟ ਕਰੰਟ। ਹੁਣ ਬੇਟਾ ਜੀ ਦੋ ਤਰ੍ਹਾਂ ਦੇ ਕਰੰਟ ਹੁੰਦੇ ਹਨ ਜਿਹੜੇ ਸਾਡੇ ਘਰਾਂ ਦੇ ਵਿੱਚੋਂ ਜਿਹੜਾ ਕਰੰਟ ਫਲੋ ਕਰ ਰਿਹਾ ਹੈ ਅਪਲਾਇੰਸਿਸ ਦੇ ਵਿੱਚੋਂ ਜਦੋਂ ਬਾਹਰੋਂ ਆ ਰਿਹਾ ਹੈ ਦੈਟ ਇਜ਼ ਏਸੀ ਕਰੰਟ। ਏਸੀ ਕਰੰਟ ਜਿਹੜਾ ਹੈ ਅਲਟਰਨੇਟਿੰਗ ਕਰੰਟ ਹੈ ਐਂਡ ਹਰ ਹਾਫ ਸਾਈਕਲ ਬਾਅਦ ਜਿਹੜੀ ਉਹਦੀ ਪੋਲੈਰਿਟੀ ਹੈ ਉਹ ਚੇਂਜ ਹੋ ਜਾਂਦੀ ਹੈ। ਦੂਸਰਾ ਜਿਹੜੇ ਇਨਵਰਟਰ ਵਗੈਰਾ ਜਾਂ ਜਿਹੜੀਆਂ ਬੈਟਰੀਆਂ ਆਪਾਂ ਘਰਾਂ ਦੇ ਵਿੱਚ ਲਗਾਈਆਂ ਹੋਈਆਂ ਹੁੰਦੀਆਂ ਹਨ ਉਹਨਾਂ ਦੇ ਵਿੱਚੋਂ ਜਿਹੜਾ ਡੀਸੀ ਕਰੰਟ ਫਲੋ ਕਰਦਾ ਹੈ। ਐਂਡ ਡੀਸੀ ਮੀਨਸ ਡਾਇਰੈਕਟ ਕਰੰਟ। ਡਾਇਰੈਕਟ ਕਰੰਟ ਜਿਹੜਾ ਹੈ ਉਹਦਾ ਕੋਈ ਵੀ ਟਾਈਮ ਪੀਰੀਅਡ ਆਫ ਰੈਵੋਲੂਸ਼ਨ ਨਹੀਂ ਹੈ, ਨਾ ਹੀ ਉਹਦੀ ਕੋਈ ਵੇਵ ਫਾਰਮ ਦੇ ਵਿੱਚ ਮੂਵ ਕਰਦਾ ਹੈ। ਸੋ ਉਹਦੀ ਜਿਹੜੀ ਫਰੀਕੁਐਂਸੀ ਹੋਏਗੀ ਦੈਟ ਇਜ਼ 0 ਹਰਟਜ਼ ਹੋਏਗੀ, ਬਿਕੋਜ਼ ਉਹ ਜਿਹੜਾ ਹੈ ਇੱਕੋ ਟਾਈਮ ਪੀਰੀਅਡ ਦੇ ਨਾਲ ਮੂਵ ਕਰਦਾ ਹੈ। ਸੋ ਆਪਸ਼ਨ ਏ ਜਿਹੜੀ ਹੈ ਦੈਟ ਇਜ਼ ਦੀ ਰਾਈਟ ਆਨਸਰ ਆਫ ਦਿਸ ਕੁਐਸਚਨ। ਆਈ ਹੋਪ ਕਿ ਤੁਹਾਨੂੰ ਜਿਹੜਾ ਅੱਜ ਦਾ ਇਹ ਲੈਕਚਰ ਹੈ ਜਿਹੜੇ 10 ਕੁਐਸਚਨ ਹਨ ਉਹ ਸਮਝ ਆ ਗਏ ਹੋਣਗੇ। ਐਂਡ ਇਫ ਯੂ ਹੈਵ ਐਨੀ ਡਾਊਟ ਯੂ ਕੈਨ ਰਾਈਟ ਇਨ ਦੀ ਕਮੈਂਟ ਸੈਕਸ਼ਨ। ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜੇ ਇੱਥੇ ਏਸੀ ਕਰੰਟ ਹੁੰਦਾ ਅਤੇ ਏਸੀ ਕਰੰਟ ਜਿਹੜਾ ਸਾਡੇ ਘਰਾਂ ਦੇ ਵਿੱਚ ਲੰਘ ਰਿਹਾ ਹੈ ਉਹਦੀ ਜਿਹੜੀ ਫਰੀਕੁਐਂਸੀ ਕਿੰਨੀ ਹੁੰਦੀ ਹੈ। ਸੋ ਉਹਦੀ ਜਿਹੜੀ ਫਰੀਕੁਐਂਸੀ ਹੈ ਦੈਟ ਇਜ਼ 50 ਹਰਟਜ਼। ਹੁਣ ਕਿਉਂਕਿ ਉਹਨਾਂ ਨੇ ਡੀਸੀ ਪੁੱਛਿਆ ਹੈ ਸੋ ਡੀਸੀ ਡਾਇਰੈਕਟ ਕਰੰਟ ਹੈ, ਸਿੱਧਾ ਮੂਵ ਕਰਦਾ ਹੈ ਅਤੇ ਉਹਦੀ ਜਿਹੜਾ ਰਾਈਟ ਆਨਸਰ ਹੈ ਦੈਟ ਇਜ਼ 0 ਹਰਟਜ਼। ਸੋ ਇਫ ਯੂ ਰੀਅਲੀ ਲਾਈਕ ਦਿਸ ਲੈਕਚਰ ਸ਼ੇਅਰ ਅਮੰਗ ਆਲ ਦੋਜ਼ ਅਦਰ ਸਟੂਡੈਂਟਸ who are preparing for NAS examination and NTSC examination. Subscribe to our YouTube channel and Telegram channel for more such important NAS and NTSC based content. So till then, goodbye, see you with some more exciting videos.